ਸਾਡੇ ਸਮਾਜ ਵਿੱਚ ਸਲਾਹ ਦਾ ਮੁੱਲ ਦੇਖਿਆ ਜਾ ਸਕਦਾ ਹੈ ਗਿਰਦਾ। ਇਹ ਇੰਨੀ ਸਸਤੀ ਸਮਝਦਾ ਬੰਦਾ ਤਾਹੀਓਂ ਹਰ ਪਾਸੇ ਮੁਫਤ ਪਿਆ ਵੰਡਦਾ ਫਿਰਦਾ ਤੇ ਸਾਥ ਬੜਾ ਮਹਿੰਗਾ ਕਰ ਦਿੱਤਾ ਬੰਦੇ ਨੇ। ਕਿਸੇ ਦੇ ਭਾਰੀ ਮੁੱਲ ਚੁਕਾਉਣ ਤੇ ਵੀ ਇਹ ਨਿਭਾਉਣ ਲੱਗਿਆ ਪਿਆ ਡਰਦਾ। ਪਰ ਇਹ ਗੱਲ ਯਾਦ ਰੱਖਿਓ, ਮੁਸੀਬਤ ਆਉਣ ਤੇ ਸਲਾਹ ਦੇ ਨਾਲ ਸਾਥ ਵੀ ਦਿਓ, ਕਿਉਂਕਿ ਬਹੁਤਾਤ ਵਿੱਚ ਤਾਂ ਲੋਕੀ ਭੁੱਖਿਆਂ ਨਾਲ ਸਿਰਫ ਦੁੱਖ ਹੀ ਵੰਡਾਉਂਦੇ ਨੇ। ਵਿਰਲੇ ਹੀ ਹੁੰਦੇ ਜਿਹੜੇ ਭੁੱਖ ਮਿਟਾਉਣ ਖਾਤਰ ਉਹਨਾਂ ਅੱਗੇ ਰੋਟੀ ਲੈ ਕੇ ਜਾਂਦੇ ਨੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬਸ 1 ਮਿੰਟ ਦੀ ਗੱਲ, ਆ ਆਪਣਾ ਸਕੈਜੂਲ ਹੈ, ਭਾਵੇਂ ਇਹਦਾ ਸਕਰੀਨ ਸ਼ੋਟ ਰਹਿ ਕੇ ਰੱਖ ਲਿਓ ਤੁਸੀਂ। ਸੋਮਵਾਰ ਤੇ ਮੰਗਲਵਾਰ ਆਪਾਂ +1 ਅਕਾਊਂਟੈਂਸੀ ਕਰਾਉਂਦੇ ਹਾਂ, ਸ਼ਾਮੀ ਸਹੀ 5 ਵਜੇ, ਬਿਲਕੁਲ ਸਹੀ। ਬੁੱਧਵਾਰ ਨੂੰ 10th ਇਕਨੋਮਿਕਸ ਪੰਜਾਬ ਬੋਰਡ ਵਾਲਿਆਂ ਵਾਸਤੇ, ਤੇ ਵੀਰਵਾਰ ਨੂੰ 10th ਇਕਨੋਮਿਕਸ CBSE ਵਾਲਿਆਂ ਵਾਸਤੇ। ਸ਼ੁੱਕਰਵਾਰ ਸ਼ਨੀਵਾਰ 10ਵੀਂ ਦਾ ਮੈਥ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0। ਤੇ ਅੱਜ ਆਪਾਂ ਕੰਟੀਨਿਊ ਕਰਨ ਲੱਗੇ ਹਾਂ, ਵੀਰਵਾਰ ਹੈ, 10th ਕਲਾਸ ਇਕਨੋਮਿਕਸ CBSE ਵਾਲਿਆਂ ਵਾਸਤੇ। ਚੈਪਟਰ ਨੰਬਰ 2 ਸ਼ੁਰੂ ਕਰਨ ਲੱਗੇ ਹਾਂ। ਚੈਪਟਰ ਦਾ ਨਾਮ ਸੈਕਟਰਸ ਆਫ ਇਕੋਨਮੀ ਹੈ ਤੇ ਸੈਕਟਰਸ ਬਾਰੇ ਗੱਲ ਬਾਅਦ 'ਚ ਕਰਾਂਗੇ। ਪਹਿਲਾਂ ਛੋਟੇ ਜਿਹੇ ਟੌਪਿਕ ਨੇ, ਇਹਨਾਂ ਨੂੰ ਕਲੀਅਰ ਕਰ ਲਓ, ਤੁਹਾਨੂੰ ਫਿਰ ਸਾਰਾ ਚੈਪਟਰ ਆਰਾਮ ਨਾਲ ਸਮਝ ਆਏਗਾ। ਸਭ ਤੋਂ ਪਹਿਲਾਂ ਹੈ ਇਕਨੋਮਿਕ ਐਕਟੀਵਿਟੀਜ਼। ਦੇਖੋ ਮਾੜਾ ਸਮਝਣ ਦੀ ਕੋਸ਼ਿਸ਼ ਕਰਿਓ। ਐਕਟੀਵਿਟੀਜ਼ 2 ਤਰ੍ਹਾਂ ਦੀਆਂ ਨੇ, ਸੋਸ਼ਲ, ਇੱਕ ਇਕਨੋਮਿਕ। ਵੈਸੇ ਤਾਂ ਤੁਸੀਂ ਜਿੰਨੇ ਮਰਜ਼ੀ ਤਰ੍ਹਾਂ ਦੀ ਬਣਾ ਲਓ, ਬਟ ਮੋਟੇ ਤੌਰ ਤੇ ਮੈਂ ਦੱਸ ਰਿਹਾ। ਇੱਕ ਸੋਸ਼ਲ ਐਕਟੀਵਿਟੀ ਹੈ, ਇੱਕ ਇਕਨੋਮਿਕ ਐਕਟੀਵਿਟੀ ਹੈ। ਮੈਂ ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕਰਾ ਰਿਹਾ, ਉਹ ਸੋਸ਼ਲ ਐਕਟੀਵਿਟੀ ਹੈ, ਸੁਸਾਇਟੀ ਵਾਸਤੇ ਭਲਾ। ਇੱਕ ਇਕਨੋਮਿਕ ਐਕਟੀਵਿਟੀ, ਮੈਂ ਆਪਣੇ ਸਕੂਲ ਜਾ ਕੇ ਬੱਚਿਆਂ ਨੂੰ ਪੜ੍ਹਾ ਰਿਹਾ, ਉਹ ਮੇਰੀ ਇਕਨੋਮਿਕ ਐਕਟੀਵਿਟੀ ਹੈ, ਕਿਉਂਕਿ ਮੈਨੂੰ ਉੱਥੋਂ ਤਨਖਾਹ ਮਿਲਣੀ ਹੈ। ਸਿੱਧੀ ਜਿਹੀ ਗੱਲ ਹੈ, ਠੀਕ ਹੈ, ਉਹ ਮੇਰੀ ਇਕਨੋਮਿਕ ਐਕਟੀਵਿਟੀ ਹੈ। ਸਿੱਧੀ ਜਿਹੀ ਗੱਲ ਦੇਖੋ, ਇਹ ਸਮਝਣ ਦੀ ਕੋਸ਼ਿਸ਼ ਕਰਿਓ। ਸੋਸ਼ਲ ਐਕਟੀਵਿਟੀ ਦੇ ਵਿੱਚ ਤੁਸੀਂ ਆਪਣੀ ਸਾਈਕੋਲੋਜੀਕਲ ਸੈਟਿਸਫੈਕਸ਼ਨ ਵਾਸਤੇ, ਮਨ ਨੂੰ ਸ਼ਾਂਤ ਕਰਨ ਵਾਸਤੇ ਲੋਕਾਂ ਦਾ ਭਲਾ ਕਰਦੇ ਹੋ। ਇਕਨੋਮਿਕ ਐਕਟੀਵਿਟੀਜ਼ ਕਿਆ ਹੈ, ਤੁਸੀਂ ਆਪਣੀਆਂ ਨੀਡਸ ਪੂਰੀਆਂ ਕਰਨ ਵਾਸਤੇ ਪੈਸੇ ਵੀ ਕਮਾਉਂਦੇ ਪਏ ਹੋ, ਠੀਕ ਹੈ। ਤੁਸੀਂ ਪੈਸੇ ਕਮਾ ਰਹੇ ਹੋ ਤੇ ਪਲੱਸ ਖਾਸ ਗੱਲ ਇੱਕ ਹੋਰ ਵੀ ਹੈ, ਕੁਝ ਨਾ ਕੁਝ ਪ੍ਰੋਡਿਊਸ ਵੀ ਕਰ ਰਹੇ ਹੋ। ਜਿਵੇਂ ਦੁਕਾਨਦਾਰ ਉਹ ਟ੍ਰੇਡਿੰਗ ਦਾ ਕੰਮ ਕਰਦਾ, ਇੱਕ ਪ੍ਰੋਡਿਊਸਰ ਜਿਵੇਂ ਕਿਸੇ ਨੇ ਮਾਰਕਰ ਬਣਾਇਆ, ਉਹ ਮਾਰਕਰ ਪ੍ਰੋਡਿਊਸ ਕਰਕੇ ਵੇਚੂਗਾ ਬਾਜ਼ਾਰ 'ਚ। ਟੀਚਰ ਵੀ ਪ੍ਰੋਡਿਊਸ ਕਰੂਗਾ, ਸਰਵਿਸਿਜ਼ ਪ੍ਰੋਡਿਊਸ ਕਰੂਗਾ। ਡਾਕਟਰ ਹੈਲਥ ਸਰਵਿਸਿਜ਼ ਪ੍ਰੋਡਿਊਸ ਕਰਦੇ ਨੇ, ਠੀਕ ਹੈ। ਐਡਵੋਕੇਟ ਲਗਾ ਲਓ, ਉਹ ਆਪਣੀ ਐਡਵੋਕੇਸੀ ਦੀ ਸਰਵਿਸਿਜ਼ ਪ੍ਰੋਡਿਊਸ ਕਰਦੇ ਨੇ। ਤਾਂ ਜਿਹੜਾ ਵੀ ਬੰਦਾ ਕੋਈ ਨਾ ਕੋਈ ਕਮਾਈ ਕਰ ਰਿਹਾ, ਉਹ ਕੁਛ ਨਾ ਕੁਛ ਤਾਂ ਪ੍ਰੋਡਿਊਸ ਕਰ ਰਿਹਾ, ਇਹ ਗੱਲ ਯਾਦ ਰੱਖਿਓ, ਠੀਕ ਹੈ। ਹੁਣ ਅਗਲੀ ਗੱਲ ਇਹ ਹੈ ਕਿ ਇਕਨੋਮਿਕ ਐਕਟੀਵਿਟੀਜ਼ ਕਿਸ ਨੂੰ ਕਹਿੰਦੇ ਨੇ? ਐਕਟੀਵਿਟੀਜ਼ ਕੰਟਰੀਬਿਊਟ ਟੂ ਦਾ ਫਲੋ ਆਫ ਗੁੱਡਸ ਐਂਡ ਸਰਵਿਸਿਜ਼। ਤਾਂ ਹੀ ਮੈਂ ਤੁਹਾਨੂੰ ਇਸ ਗੱਲ 'ਤੇ ਜ਼ੋਰ ਦੇ ਰਿਹਾ ਸੀਗਾ ਕਿ ਕੋਈ ਨਾ ਕੋਈ ਅਗਰ ਕੋਈ ਕਮਾਈ ਕਰ ਰਿਹਾ ਬੰਦਾ, ਤਾਂ ਓਬਵੀਅਸ ਹੈ ਕੁਛ ਨਾ ਕੁਛ ਤਾਂ ਪ੍ਰੋਡਕਸ਼ਨ ਉਹਦੇ ਪਿੱਛੇ ਹੈਗੀ, ਪੱਕਾ ਹੈਗੀ। ਤਾਂ ਗੁੱਡਸ ਤੇ ਸਰਵਿਸਿਜ਼, ਇਹੀ 2 ਤਰ੍ਹਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਮੇਨਲੀ। ਆਪਾਂ ਕੀ ਜਾਂ ਤਾਂ ਆਪਾਂ ਸਮਾਨ ਬਣਾ ਕੇ ਦੇਵਾਂਗੇ, ਆਪਾਂ ਸਰਵਿਸਿਜ਼ ਦੇਵਾਂਗੇ। ਤਾਂ ਐਸੀਆਂ ਐਕਟੀਵਿਟੀਜ਼ ਜਿਹਦੇ ਨਾਲ ਗੁੱਡਸ ਤੇ ਸਰਵਿਸਿਜ਼ ਦਾ ਫਲੋ ਹੁੰਦਾ ਇਕੋਨਮੀ ਦੇ ਵਿੱਚ, ਮਤਲਬ ਉਹ ਪ੍ਰੋਡਿਊਸ ਹੁੰਦੀਆਂ ਨੇ, ਫਿਰ ਉਹ ਕੰਜ਼ਿਊਮ ਹੁੰਦੀਆਂ ਨੇ, ਉਸ ਨੂੰ ਆਪਾਂ ਇਕਨੋਮਿਕ ਐਕਟੀਵਿਟੀ ਕਹਿੰਦੇ ਨੇ। ਅੱਗੇ GDP, ਜਿਹਨੂੰ ਆਪਾਂ ਕਹਿੰਦੇ ਹਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ, ਬੜਾ ਸੁਣਾ ਹੋਏਗਾ ਨਾ, ਗ੍ਰੋਸ ਡੋਮੈਸਟਿਕ ਪ੍ਰੋਡਕਟ, GDP। ਨਿਊਜ਼ 'ਚ ਤਾਂ ਬਹੁਤ ਗਾਹ ਪੈਂਦਾ ਇਸ ਦਾ। ਹੁੰਦਾ ਕੀ ਹੈ, ਮੋਟੇ ਤੌਰ 'ਤੇ ਦੱਸਦਾ, ਕਿਸੇ ਕੰਟਰੀ 'ਚ ਜਿੰਨੀਆਂ ਵੀ ਸਾਲ ਦੇ ਵਿੱਚ ਗੁੱਡਸ ਜਾਂ ਸਰਵਿਸਿਜ਼ ਪ੍ਰੋਡਿਊਸ ਹੋਈਆਂ, ਉਹਨਾਂ ਦੀ ਵੈਲਿਊ, ਬਸ ਇਹੀ ਹੈ। ਇਸ ਨੂੰ ਥੋੜ੍ਹਾ ਸਪੈਸ਼ਲ ਵੇ ਨਾਲ ਸਮਝਿਓ। ਕਿਵੇਂ? ਇਟ ਇਜ਼ ਦਾ ਵੈਲਿਊ ਆਫ ਆਲ। ਆਹ ਵਰਡ ਨੂੰ ਛੱਡ ਦਿਓ ਹਲੇ, ਇਹ ਵਰਡ ਬਾਰੇ 1 ਮਿੰਟ ਬਾਅਦ ਗੱਲ ਕਰਦਾ ਮੈਂ। ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਵਿਦਨ ਅ ਕੰਟਰੀ ਡਿਊਰਿੰਗ ਅ ਪਰਟੀਕੂਲਰ ਈਅਰ। ਸਮਝ ਆ ਗਿਆ ਹੋਏਗਾ? ਸਾਲ ਦੌਰਾਨ ਇੱਕ ਕੰਟਰੀ ਦੇ ਵਿੱਚ ਜਿਹੜੀਆਂ ਗੁੱਡਸ ਤੇ ਸਰਵਿਸਿਜ਼ ਪ੍ਰੋਡਿਊਸ ਹੋਈਆਂ ਨੇ, ਦੈਟਸ ਇਟ। ਬਟ ਮੈਂ ਇੱਥੇ ਲਿਖਿਆ ਫਾਈਨਲ। ਇਹ ਫਾਈਨਲ ਕਿਉਂ ਲਿਖਿਆ? ਦੇਖੋ ਜੀ, ਗੁੱਡਸ ਆਪਣੇ ਕੋਲ ਨੋਰਮਲੀ 2 ਤਰ੍ਹਾਂ ਦੀਆਂ ਨੇ। ਇੱਕ ਹੈਗੀਆਂ ਗੁੱਡਸ ਫਾਈਨਲ ਗੁੱਡਸ ਨੇ, ਇੱਕ ਹੈਗੀਆਂ ਇੰਟਰਮੀਡੀਏਟ ਗੁੱਡਸ। ਇੱਥੇ ਮੈਂ ਫਾਈਨਲ ਲਿਖਿਆ, ਉਹਦੇ ਪਿੱਛੇ ਕਾਰਨ ਹੈ। ਕਾਰਨ ਸਮਝਣ ਤੋਂ ਪਹਿਲਾਂ ਮਤਲਬ ਸਮਝੋ।
ਫਾਈਨਲ ਗੁੱਡਸ ਤੇ ਇੰਟਰਮੀਡੀਏਟ ਗੁੱਡਸ ਫਰਕ ਕੀ ਹੈ? ਜਦੋਂ ਕੋਈ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਕਿ ਤੁਸੀਂ ਉਸ ਨੂੰ ਕੰਜ਼ਿਊਮ ਕਰ ਸਕੋ, ਵਰਤ ਸਕੋ, ਤਾਂ ਉਹ ਫਾਈਨਲ ਗੁੱਡਸ ਨੇ, ਰੈਡੀ ਫॉर ਕੰਜ਼ੰਪਸ਼ਨ, ਜਿਹੜੀਆਂ ਕਿ ਤਿਆਰ ਨੇ ਤੁਹਾਡੀਆਂ, ਠੀਕ ਹੈ। ਦੂਜਾ ਹੈ ਇੰਟਰਮੀਡੀਏਟ ਗੁੱਡਸ, ਜਿਹੜੀਆਂ ਅਸਲ ਦੇ ਵਿੱਚ ਉਹ ਗੁੱਡਸ ਨੂੰ ਤਿਆਰ ਕਰਨ ਵਾਸਤੇ ਵਰਤੀਆਂ ਜਾਂਦੀਆਂ ਨੇ। ਜਿਵੇਂ ਕਿ ਤੁਹਾਨੂੰ ਮੈਂ ਕਹਾਂ ਮੈਨੇ ਖਾਣਾ ਪੀਜ਼ਾ, ਠੀਕ ਹੈ, ਤੁਹਾਨੂੰ ਪਤਾ ਪੀਜ਼ਾ ਜਿਹੜਾ ਬਣੇਗਾ ਉਹ ਬ੍ਰੈਡ ਵਗੈਰਾ, ਉਹ ਜਿਹੜਾ ਬੇਸ ਹੁੰਦਾ ਬ੍ਰੈਡ ਹੁੰਦੀ ਹੈ ਉਹ ਅਸਲ ਦੇ ਵਿੱਚ, ਠੀਕ ਹੈ ਜੀ। ਤਾਂ ਓਬਵੀਅਸ ਹੈ ਉਹਦੇ ਵਾਸਤੇ ਤੁਹਾਨੂੰ ਇੱਕ ਫਲੋਰ ਚਾਹੀਦਾ ਹੋਏਗਾ, ਕੋਈ ਆਟਾ ਚਾਹੀਦਾ ਹੋਏਗਾ, ਠੀਕ ਹੈ, ਜਿਸ ਦਾ ਮੈਦਾ, ਆਈ ਥਿੰਕ ਮੈਦੇ ਦਾ ਬਣਦਾ, ਆਈ ਐਮ ਨੋਟ ਸ਼ੋਰ ਵੀ ਪੀਜ਼ਾ ਕਿਸ ਚੀਜ਼ ਦਾ ਬਣਦਾ। ਅਗਰ ਤੁਹਾਨੂੰ ਪਤਾ ਤਾਂ ਮੈਨੂੰ ਦੱਸਿਓ ਜ਼ਰੂਰ, ਕਮੈਂਟ ਕਰਕੇ ਦੱਸ ਦਿਓ। ਜਿਹੜਾ ਪੀਜ਼ਾ ਬਣਦਾ ਪਿਆ ਉਹਦੇ ਵਿੱਚ ਜਿਹੜੇ ਮਸਾਲੇ ਵਗੈਰਾ ਵਿੱਚ ਪੈ ਰਹੇ ਨੇ, ਹੋਰ ਇੰਨਾ ਕੁਝ ਪੈ ਰਿਹਾ, ਠੀਕ ਹੈ। ਉਹਦੇ ਤੇ ਜਿਹੜੀ ਚੀਜ਼ ਪੈਂਦੀ ਹੈ, ਚੀਜ਼ ਲਗਾ ਲਓ, ਜਿਹੜਾ ਬੇਸ ਹੁੰਦਾ ਆਈ ਥਿੰਕ ਮੈਦੇ ਦਾ ਹੁੰਦਾ, ਆਈ ਐਮ ਨੋਟ ਸ਼ੋਰ। ਉਹ ਜਿਹੜੀ ਚੀਜ਼ ਹੈਗੀ ਹੈ ਉਹ ਸਾਰਾ ਦਾ ਸਾਰਾ ਜਿਹੜਾ ਉਹਦਾ ਰਾ ਮਟੀਰੀਅਲ ਹੈ, ਜਿਹਨੂੰ ਇਕੱਠਾ ਕਰਕੇ ਆਪਾਂ ਪੀਜ਼ਾ ਬਣਾਵਾਂਗੇ, ਉਹ ਤੁਹਾਡੀਆਂ ਕਹਾਈਆਂ ਜਾਂਦੀਆਂ ਨੇ ਇੰਟਰਮੀਡੀਏਟ ਗੁੱਡਸ। ਮਤਲਬ ਉਹ ਗੁੱਡਸ ਵਿਚ ਆਰ ਯੂਜ਼ਡ ਅਪ ਡਿਊਰਿੰਗ ਦਾ ਪ੍ਰੋਡਕਸ਼ਨ ਪਰਪਸ, ਠੀਕ ਹੈ ਜੀ। ਤੇ ਖਾਸ ਗੱਲ ਕੀ ਹੈ, ਬਸ ਇਹੀ ਚੀਜ਼ ਸਮਝਾਣੀ ਸੀ ਵੀ ਇੱਥੇ ਫਾਈਨਲ ਗੁੱਡਸ ਬੋਲਿਆ ਜਾਂਦਾ। ਜਦੋਂ ਵੀ ਆਪਾਂ ਗੱਲ ਕਰਾਂਗੇ ਕਿ ਕਿੰਨਾ ਸਮਾਨ ਪ੍ਰੋਡਿਊਸ ਕੀਤਾ ਪੂਰਾ ਸਾਲ 'ਚ ਆਪਾਂ ਸਿਰਫ ਉਹ ਸਮਾਨ ਲਵਾਂਗੇ ਜਿਹੜਾ ਕਿ ਫਾਈਨਲ ਗੁੱਡਸ ਨੇ, ਆਪਾਂ ਇਹ ਵਾਲੇ ਸਮਾਨ ਤਾਂ ਲਵਾਂਗੇ ਨਹੀਂ। ਕਿ ਆਪਣੇ ਕੋਲ ਛੁਟਕੂ ਜਿਹਾ ਟੌਪਿਕ ਹੈ ਰਾਈਟ ਟੂ ਵਰਕ ਦਾ। ਰਾਈਟ ਟੂ ਐਜੂਕੇਸ਼ਨ ਸੁਣਿਆ ਹੋਣਾ, ਰਾਈਟ ਟੂ ਇਨਫੋਰਮੇਸ਼ਨ ਵੀ ਸੁਣਿਆ ਹੋਣਾ। ਆਪਣੇ ਕੋਲ ਕੁਝ ਰਾਈਟਸ ਨੇ, ਅਧਿਕਾਰ ਨੇ। ਅੰਡਰ ਦਿਸ ਰਾਈਟ, ਇਹ ਵੀ ਇੱਕ ਰਾਈਟ ਹੈ, ਮੈਂ ਦੱਸ ਦੇਵਾਂ। ਅੰਡਰ ਦਿਸ ਰਾਈਟ ਆਲ ਦੋਜ਼ ਹੂ ਆਰ ਰੈਡੀ, ਉਹ ਸਾਰੇ ਜੋ ਤਿਆਰ ਨੇ ਵਿਆਹ 'ਤੇ ਜਾਣ ਵਾਸਤੇ, ਦੇਖੋ ਕਾਹਦੇ ਵਾਸਤੇ ਤਿਆਰ ਨੇ, ਹੂ ਆਰ ਰੈਡੀ ਟੂ ਵਰਕ ਐਟ ਪ੍ਰੀਵੇਲਿੰਗ ਵੇਜਿਸ, ਜਿਹੜਾ ਨੋਰਮਲ ਰੇਟ ਚੱਲਦਾ ਪਿਆ ਵੇਜਿਸ ਦਾ, ਉਹ ਉਸ ਵੇਜਿਸ ਦੇ ਰੇਟ ਉੱਤੇ ਕੰਮ ਕਰਨ ਨੂੰ ਤਿਆਰ ਨੇ। ਆਰ ਗਿਵਨ ਵਰਕ, ਉਹਨਾਂ ਨੂੰ ਕੰਮ ਦਿੱਤਾ ਜਾਵੇ, ਕਿਸ ਦੇ ਦੁਆਰਾ? ਸਰਕਾਰ ਦੁਆਰਾ। ਇਹ ਆਪਣਾ ਰਾਈਟ ਟੂ ਵਰਕ ਹੈ। ਅੱਗੇ ਆਪਣੇ ਕੋਲ ਹੈ ਜੀ ਸੈਕਟਰਸ। ਮੈਂ ਗੱਲ ਦੱਸ ਦੇਵਾਂ, ਮੇਨਲੀ ਆਪਣੇ ਕੋਲ 3 ਸੈਕਟਰ, ਪ੍ਰਾਇਮਰੀ, ਟਰਸ਼ਰੀ ਤੇ ਸੈਕੰਡਰੀ ਸੈਕਟਰ। ਹਾਂ, ਪਹਿਲਾ ਪ੍ਰਾਇਮਰੀ ਬੋਲਿਆ ਜਾਂਦਾ, ਫਿਰ ਸੈਕੰਡਰੀ ਬੋਲਿਆ ਜਾਂਦਾ, ਫਿਰ ਟਰਸ਼ਰੀ ਸੈਕਟਰ ਬੋਲਿਆ ਜਾਂਦਾ। ਪਰ ਉਹਨਾਂ ਤੋਂ ਇਲਾਵਾ ਉਹਦੇ ਬਾਰੇ ਆਪਾਂ ਬਾਅਦ ਵਿੱਚ ਪੜਾਂਗੇ। ਇੱਕ ਇਹ ਵੀ ਨੇ ਕੁਛ ਹੱਦ ਤੱਕ ਇੰਪੋਰਟੈਂਟ ਹੈ, ਆਰਗੇਨਾਈਜ਼ਡ, ਅਨਆਰਗੇਨਾਈਜ਼ਡ ਤੇ ਪਬਲਿਕ ਸੈਕਟਰ। ਆਰਗੇਨਾਈਜ਼ਡ ਸੈਕਟਰ ਕਿਹੜੇ ਨੇ? ਉਹ ਵਾਲੇ ਸਾਰੇ ਸੈਕਟਰ ਜਿਹਦੇ ਵਿੱਚ ਦੇਖੋ ਵਿਚ ਕਵਰਸ ਦੋਜ਼, ਚਾਹੇ ਐਂਟਰਪ੍ਰਾਈਜ਼ਸ ਹੋਣ, ਚਾਹੇ ਪਲੇਸ ਆਫ ਵਰਕ ਹੋਵੇ, ਕਿਸੇ ਵੀ ਤਰ੍ਹਾਂ ਦੀ ਐਂਟਰਪ੍ਰਾਈਜ਼ ਹੋ ਸਕਦੀ ਹੈ, ਕੋਈ ਫਰਮ ਵਗੈਰਾ ਹੋ ਸਕਦੀ ਹੈ, ਠੀਕ ਹੈ, ਕੋਈ ਇੰਸਟੀਟਿਊਸ਼ਨ ਹੋ ਸਕਦਾ, ਕੁਛ ਵੀ, ਜਿੱਥੇ ਕੰਮ ਵੇਅਰ ਦਾ ਟਰਮਸ ਜਿਹੜੀਆਂ ਹੈਗੀਆਂ ਨੇ ਨਾ ਇੰਪਲੋਇਮੈਂਟ ਦੀਆਂ, ਜਿੱਥੇ ਇੰਪਲੋਇਮੈਂਟ ਦੇ ਜਿਹੜੇ ਟਰਮਸ ਨੇ, ਕੰਮ ਕਰਨ ਦੇ ਜਿਹੜੇ ਟਰਮਸ ਨੇ, ਉਹ ਰੈਗੂਲਰ ਨੇ। ਨੋਰਮਲੀ ਕਿਆ ਹੁੰਦਾ ਹੈ, ਕਿਤੇ ਕਿਤੇ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਲੋਕਾਂ ਨੂੰ ਰੁਜ਼ਗਾਰ ਫॉर ਅ ਪਾਰਟਿਕੂਲਰ ਪੀਰੀਅਡ, ਕੁਛ ਇੱਕ ਮਤਲਬ ਖਾਸ ਟਾਈਮ ਵਾਸਤੇ ਮਿਲਦਾ, ਬਾਅਦ ਵਿੱਚ ਉਹਨਾਂ ਨੂੰ ਕੱਢ ਦਿੰਦੇ ਨੇ, ਜਿਹੜੀ ਅਜੀਬ ਗੱਲ ਹੈ। ਕਹਿੰਦੇ ਨੇ ਬ੍ਰੇਕ ਪੈ ਗਈ, ਫੈਕਟਰੀਆਂ ਵਿੱਚ ਬੜਾ ਹੁੰਦਾ ਹੈ ਨੋਰਮਲੀ, ਬਹੁਤ ਮੈंने ਫੈਕਟਰੀਆਂ ਸੁਣੀਆਂ ਨੇ ਜਿਹਦੇ ਵਿੱਚ 6-6 ਮਹੀਨੇ ਵਾਸਤੇ ਰੱਖ ਲੈਂਦੇ ਨੇ, ਫਿਰ ਕੱਢ ਦਿੰਦੇ ਨੇ, ਫਿਰ ਰੱਖ ਲੈਂਦੇ ਨੇ, ਫਿਰ ਕੱਢ ਦਿੰਦੇ ਨੇ। ਅਜੀਬ ਜੀ ਗੱਲ ਹੈ। ਆਰਗੇਨਾਈਜ਼ ਸੈਕਟਰ ਕਿਸ ਨੂੰ ਬੋਲੋਗੇ? ਜਿੱਥੇ ਜਿਹੜੇ ਟਰਮਸ ਨੇ ਇੰਪਲੋਇਮੈਂਟ ਦੀਆਂ ਰੈਗੂਲਰ ਹੋਣਗੀਆਂ। ਰੈਗੂਲਰ ਦਾ ਮਤਲਬ ਸਿੱਧਾ ਜਿਹਾ ਕਿ ਪੀਪਲ ਹੈਵ ਰੈਗੂਲਰ ਵਰਕ, ਉਹਨਾਂ ਨੂੰ ਰੈਗੂਲਰ ਵਰਕ ਮਿਲੇਗਾ, ਉਹ ਉੱਥੇ ਰੋਜ਼ਾਨਾ ਲਗਾਤਾਰ ਆਪਣਾ ਵਧੀਆ ਤਰੀਕੇ ਨਾਲ ਕੰਮ ਕਰ ਸਕਣਗੇ। ਅੱਗੇ ਅਨਆਰਗੇਨਾਈਜ਼ਡ ਸੈਕਟਰ ਹੈ ਜੀ, ਇਹੋ ਜਿਹਾ ਸੈਕਟਰ ਜਿੱਥੇ ਇਹ ਵਾਲੇ ਟਰਮਸ ਲਾਗੂ ਨਹੀਂ ਹੁੰਦੀਆਂ। ਸਿੱਧਾ ਜਿਹਾ ਤੁਹਾਨੂੰ ਮੈਂ ਇਹਦਾ ਇਹ ਆਨਸਰ ਦਿੰਦਾ, ਪਰ ਬੁੱਕ ਦੇ ਵਿੱਚ ਤੁਹਾਨੂੰ ਪਤਾ ਡੈਫੀਨੇਸ਼ਨ ਥੋੜ੍ਹਾ ਜਿਹਾ ਘੁਮਾ ਕੇ ਲਿਖਣ ਦੀ ਬੜੀਆਂ ਸੋਹਣੀਆਂ ਆਦਤਾਂ ਉਹਨਾਂ ਨੂੰ। ਤਾਂ ਫਿਰ ਇੰਡਸਟਰੀ ਯੂਨਿਟ ਹੋ ਸਕਦਾ ਜਾਂ ਕੋਈ ਵੀ ਸੈਕਟਰ ਵਿਚ ਇਜ਼ ਲਾਰਜਲੀ ਆਊਟਸਾਈਡ ਦਾ ਕੰਟਰੋਲ ਆਫ ਗਵਰਨਮੈਂਟ, ਜਿਹੜਾ ਸਰਕਾਰ ਦੇ ਕੰਟਰੋਲ ਤੋਂ ਕੁਝ ਜ਼ਿਆਦਾ ਹੀ ਬਾਹਰ ਹੋਵੇ, ਮਾੜਾ ਜਿਹਾ ਵੀ ਕੰਟਰੋਲ ਨਹੀਂ ਸਰਕਾਰ ਦਾ ਉਸ 'ਤੇ। ਅੱਗੇ ਪਬਲਿਕ ਸੈਕਟਰ ਜੀ, ਸਪੈਸ਼ਲੀ ਉਹ ਸੈਕਟਰ ਜਿਹੜੇ ਸਰਕਾਰੀ ਨੇ। ਸਿੰਪਲ ਮੀਨਿੰਗ ਤਾਂ ਇਹ ਹੈ, ਹੁਣ ਬੁੱਕ ਵਾਲਾ ਦੇਖ ਲਓ, ਐਨੀ ਸੈਕਟਰ ਵਿਚ ਇਜ਼ ਕੰਟਰੋਲਡ ਐਂਡ ਮੈਨੇਜਡ। ਕੰਟਰੋਲ ਵੀ ਸਰਕਾਰ ਕਰਦੀ ਹੈ, ਮੈਨੇਜ ਵੀ ਸਰਕਾਰ ਕਰਦੀ ਹੈ।
मतलब उस नाल रिलेटेड डिसीजन ने जिहड़े किहदे नाल डील करनी है किहदे नाल नहीं करनी सारा कुछ वो भी सरकार ही कर रही है, इज़ नोन एज पब्लिक सैक्टर। जिवें कि इंडियन रेलवे अपनी किसी प्राइवेट तो है नहीं, किसी दी सरकारी है, तो आप कह देना भी पब्लिक सैक्टर है। टाइम की कमी होने करके मैं सोचा हुण आपां शॉर्टकट मार लीए। आ 3 बहुत ज़्यादा इंपॉर्टेंट ने, चैप्टर का नाम मेनली इन्हां करके ही है, तो इस नाल दे ही क्वेश्चन तुहानूं बहुत बहुत मिलणगे। 3 सैक्टर अपने मेन ने, प्राइमरी, सैकेंडरी, टर्शरी। ये क्या चीज़ है? ये इकोनॉमी के सैक्टर ने जी। अपने प्राइमरी सैक्टर ऐसा सैक्टर है जिथे लोग काम कर रहे हैं। ये सारे सैक्टर के लोग काम करते हैं। पहली गल तो इन्हां सारे सैक्टर के लोग कमाई कर रहे हैं। दूजी गल, खास गल की है, इन्हां सारे सैक्टर्स के कुछ ना कुछ प्रोड्यूस हो रहा है, कुछ ना कुछ बन रहा है, पर हाँ अलग अलग है। अलग अलग की है, बस वही समझाना मैंने। प्राइमरी सैक्टर ऐसा सैक्टर विच इज़ ऐसा सैक्टर होंदा जो मैन आर क्लोज टू नेचर, जो अपना काम ना नेचर के क्लोज होंदा। मेनली 2 चीज़ां आ जांदियां ने, एक जेनेटिक है, एक अपना एक्सट्रैक्शन का सैक्टर है। जो तुसी कुछ उगाने पे हो, मिट्टी दे उगाओ या कुछ पेड़ पौधे कह लो, ठीक है, या कुछ फल फ्रूट वगैरह जो भी है, जो तुसी वो उगाया तुसी उहदे विच लगा लो, डेयरी का काम भी लगा लो, ठीक है। जो तुसी कुछ जेनेटिक किया वो प्राइमरी सैक्टर का पार्ट है। उस तो इलावा देखो ध्यान नाल समझो, जेनेटिक है एक हैगा जी अपना एक्सट्रैक्शन का काम। तुसी आप देखो जो जेनेटिक है वो पेड़ पौधे डेयरी का काम वो सारा नेचर तो ही होएगा, बिना जमीन दे बिना जानवरों के। तुसी जेनेटिक वाला काम किवें करोगे? दुध का काम है वो भी जेनेटिक च आ जाता है, वो भी प्राइमरी सैक्टर का पार्ट है, ठीक है। उस तो इलावा ये लगा लो अपना जिहड़ा फसलां वगैरह उगाना है, फ्रूट्स वगैरह उगाने ने, वो भी सारा जेनेटिक च आ जाता है। एक्सट्रैक्शन की है जो तुसी जमीन नूं खोद के कुछ कढ़दे हो, ठीक है, या लगा लो एक तरीके नाल जो तुसी मच्छियां फड़न वाला काम है, जिवें फिशिंग का काम है, जिवें बहुत बड़े लैवल ते हुंदा, वो भी इस च आ जांदा। ऑलरेडी चीज़ तुहाडे सामने पई है, यू आर जस्ट टू ग्रैब इट, तुसी उस चीज़ नूं पकड़ना है या कढ़ना है, वो एक्सट्रैक्शन च आ जांदा। मुक्कदी गल तुसी देखो भी दोनों काम नेचर तो ही होणगे, अपने वालों तो हो नहीं सकते, ठीक है जी। अगे है सैकेंडरी सैक्टर। सैकेंडरी मैन मेड सैक्टर बोलते हैं, मैन मेड। ये भी 2 मेन चीज़ां होंदियां ने, ज़्यादा नहीं आप टाइम वेस्ट करते। एक है मैन्युफैक्चरिंग का, एक है कंस्ट्रक्शन का। कुछ बनाने जो आप फैक्ट्रियां दे विच कुछ प्रोड्यूस करते हैं, मैन मेड चीज़ां जिहड़ियां, जिवें मार्कर है ये आउंदा, तुहाडी बुक्स ने, आ मेरे कपड़े ने, आ मेरी पग है, ये सारा कुछ मैन्युफैक्चर आउंदा सैकेंडरी सैक्टर चों। जो आप फैक्ट्री दे विच कुछ प्रोड्यूस करते हैं, कुछ बनाने पे हैं, ठीक है जी, कुछ प्रोड्यूस किया आपने, मैन मेड चीज़ आओ, मशीनों की हैल्प नाल जो भी है। 2 हिस्से किवें किते, ये भी प्यार ना समझो। मैन्युफैक्चरिंग दे विच वो सारी चीज़ां आंदियां ने जिन्हां नूं तुसीं चक के सीरीयसली चक के इधर तो उधर लेके जा सकते हो। कपड़े, मार्कर, मोबाइल, कंप्यूटर, सो मैनी थिंग्स। कंस्ट्रक्शन दे विच बिल्डिंग्स ने, रोड्स ने, डैम्स ने, जिहड़े एक्चुअल दे विच मैन मेड होंदियां ने, बट उन्हां नूं चक के इधर तो उधर नहीं लेके जा सकते, ठीक है जी। कंस्ट्रक्शन दे विच वो आ जाती है। लास्ट अपना प्यारा टर्शरी सैक्टर, ये असल दे विच इसनूं सर्विस सैक्टर बोलते हैं, जिहदे विच तुहानूं सर्विसिज मिलणगियां। हुण मैं नहीं लिखण लग्या, सर्विसिज बहुत ने, इंश्योरेंस है, बैंकिंग है, वेयर हाउस सर्विस है, ठीक है, टीचिंग लगा लो, कुछ भी जिथे तुहानूं कुछ प्रोडक्ट नहीं मिल रहा, तुसी उस बंदे तो कोई काम लै रहे हो, उसकी हैल्प लै रहे हो, और अपना टर्शरी सैक्टर आ जाता है। कम्यूनीकेशन भी ये आ जाता है, ठीक है, वो सारा कुछ। तो ये अपने को 3 सैक्टर ने, बहुत ज़्यादा इंपोर्टेंट ने। बाकी दी डिटेल आप होर भी अगली वीडियो देखांगे। चंगा जी, तो इस वीडियो च बस इन्ना को ही। मिलते हैं आप नैक्सट वीडियो दे विच। ये वीडियो तुहानूं किवें लगी प्लीज़ नीचे कमेंट करके दस्सिओ जी। बाकी साडियां होर वीडियोज़ के लिंक तुहानूं इत्थे मिल जाणगे। सबसक्राइब जरूर कर लिओ, वध तो वध प्लीज़ चैनल में शेयर करियो। तो अगर तुसी मेरे काम नूं सपोर्ट करना चाहते हो
ਤਾਂ ਨੀਚੇ ਪੇਟੀਐਮ ਨੰਬਰ ਦਿੱਤਾ ਹੋਇਆ। ਚੰਗਾ ਜੀ, ਸਤਿ ਸ਼੍ਰੀ ਅਕਾਲ।